ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੰਗ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤਾਂ ਚਾਹੁੰਦੇ ਸਨ ਕਿ ਅਮਨ ਸਹਿਤ ਰਹਿ ਕੇ ਦੁਨੀਆ ਵਿੱਚ ਪਿਆਰ, ਏਕਤਾ, ਸੇਵਾ ਅਤੇ ਭਗਤੀ ਦਾ ਪ੍ਰਚਾਰ ਕੀਤਾ ਜਾਵੇ ਅਤੇ ਲੋਕਾਂ ਨੂੰ ਦੀਨ ਧਰਮ ਦੇ ਵਿਤਕਰੇ ਵਿਰੋਧ ਤਿਆਗ ਕੇ ਭਰਾਵਾਂ ਵਾਂਗੂ ਰਲ ਮਿਲ ਕੇ ਰਹਿਣ ਦੀ ਜਾਂਚ ਸਿਖਾਈ ਜਾਵੇ। ਪਰ ਕਰਤਾਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਗੁਰੂ ਜੀ ਨੂੰ ਬਹੁਤਾ ਚਿਰ ਅਮਨ ਵਿੱਚ ਨਾ ਰਹਿਣ ਦਿੱਤਾ ਗਿਆ। ਆਪ ਨੂੰ ਚਹੁ ਜੰਗਾਂ ਵਿੱਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ ਗਿਆ। ਉਹ ਇਹ ਸਨ: ਅੰਮ੍ਰਿਤਸਰ ਪਿਪਲੀ ਸਾਹਿਬ ਦਾ ਜੰਗ, ਸ਼੍ਰੀ ਹਰਗੋਬਿੰਦਪੁਰ ਦਾ ਜੰਗ, ਗੁਰੂਸਰ ਮਹਿਰਾਜ ਦਾ ਜੰਗ, ਕਰਤਾਰਪੁਰ ਦਾ ਜੰਗ। ਜਿੰਨਾ ਚਿਰ ਜਹਾਂਗੀਰ ਜਿਉਂਦਾ ਰਿਹਾ, ਉਸ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਕੰਮ ਵਿੱਚ ਦਖਲ ਨਾ ਦਿੱਤਾ ਅਤੇ ਮਿੱਤਰਤਾ ਕਾਇਮ ਰੱਖੀ। ਉਹ ਸੰਨ 1627 ਸੰਮਤ 1684 ਵਿੱਚ ਮਰ ਗਿਆ। ਉਸ ਦੇ ਥਾਂ ਉਸ ਦਾ ਪੁੱਤ ਸ਼ਾਹਜਹਾਂ ਤਖ਼ਤ 'ਤੇ ਬੈਠਾ। ਇਸ ਬਾਦਸ਼ਾਹ ਨੇ ਗੈਰ ਮੁਸਲਮਾਨੀ ਸੰਬੰਧੀ ਸਾਰੀ ਨੀਤੀ ਰਵੱਈਏ ਨੂੰ ਉੱਕਾ ਹੀ ਬਦਲ ਦਿੱਤਾ। ਉਸ ਨੇ ਮੁਸਲਮਾਨਾਂ ਨੂੰ ਇਸਲਾਮ ਛੱਡ ਕੇ ਹੋਰ ਧਰਮ ਧਾਰਨ ਕਰਨ ਲਈ ਪ੍ਰੇਰਨ ਦੀ ਮਨਾਹੀ ਕਰ ਦਿੱਤੀ। ਇਸ ਦਾ ਕਾਰਨ ਇਹ ਸੀ ਕਿ ਗੁਰੂ ਸਾਹਿਬਾਂ ਦਾ ਉਪਦੇਸ਼ ਸੁਣ ਕੇ ਤੇ ਜੀਵਨ ਪੂਰਨੇ ਤੱਕ ਕੇ ਹਜ਼ਾਰਾਂ ਹੀ ਮੁਸਲਮਾਨ ਸਿੱਖ ਬਣ ਚੁੱਕੇ ਸਨ ਅਤੇ ਹੋਰ ਬਣ ਰਹੇ ਸਨ। ਇਹ ਗੱਲ ਕੱਟੜ ਸ਼ਰਈ ਮੁਸਲਮਾਨ ਬਾਦਸ਼ਾਹ, ਉਸ ਦੇ ਸਲਾਹਕਾਰ ਕਾਜੀ, ਮੁੱਲਾ ਤੇ ਅਹਿਲਕਾਰ ਅਤੇ ਆਮ ਕੱਟੜ ਮੁਸਲਮਾਨ ਕਦ ਜਾਰ ਸਕਦੇ ਸਨ। ਜਿਹੜੀ ਗੱਲ ਮੁਸਲਮਾਨਾਂ ਨੂੰ ਸਭ ਤੋਂ ਵੱਧ ਚੁਭਵੀਂ, ਦੁਖਦਾਈ ਅਤੇ ਭੜਕਾਊ ਭਾਸੀ, ਉਹ ਸੀ ਲਾਹੌਰ ਦੇ ਕਾਜੀ ਦੀ ਧੀ ਕੌਲਾਂ ਦਾ ਸਿੱਖ ਹੋ ਕੇ ਅੰਮ੍ਰਿਤਸਰ ਚਲੇ ਜਾਣਾ। ਬਾਦਸ਼ਾਹ ਨੇ ਅਜਿਹੀ ਧਰਮ ਤਬਦੀਲੀ ਦੀ ਮਨਾਹੀ ਕਰ ਦਿੱਤੀ। ਇਸ ਮਨਾਹੀ ਨੂੰ ਸਿੱਖਾਂ ਨੇ ਬੁਰਾ ਮਨਾਇਆ। ਉਹਨਾਂ ਨੇ ਪ੍ਰਣ ਕੀਤਾ ਹੋਇਆ ਸੀ ਕਿ ਧਰਮ ਪ੍ਰਚਾਰ ਵਿੱਚ ਇਹੋ ਜਿਹੀ ਬੰਦਿਸ਼ ਚੱਲਣ ਨਹੀਂ ਦੇਣੀ। ਬਹੁਤ ਸਾਰੇ ਮੰਦਰ ਢਾਹੇ ਗਏ ਅਤੇ ਉਹਨਾਂ ਦੇ ਥਾਂ ਮਸੀਤਾਂ ਬਣਾਈਆਂ ਗਈਆਂ। ਜਿਹੜੀ ਬੌਲੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਡੱਬੀ ਬਾਜ਼ਾਰ ਲਾਹੌਰ ਵਿੱਚ ਲਵਾਈ ਸੀ, ਉਹ ਸ਼ਾਹਜਹਾਂ ਨੇ ਪੁਟਵਾ ਦਿੱਤੀ ਅਤੇ ਲੰਗਰ ਦੀ ਥਾਂ ਮਸੀਤ ਬਣਵਾ ਦਿੱਤੀ। ਇਹ ਗੱਲ ਸਿੱਖਾਂ ਨੂੰ ਸਭ ਤੋਂ ਵਧੇਰੇ ਦੁਖਦਾਈ ਭਾਸੀ। ਇਹਨਾਂ ਗੱਲਾਂ ਕਰਕੇ ਸਿੱਖਾਂ ਦੇ ਦਿਲਾਂ ਵਿੱਚ ਜੋਸ਼ ਭੜਕ ਉੱਠਣਾ ਕੁਦਰਤੀ ਗੱਲ ਸੀ। ਉੱਪਰੋਂ ਮੁਸਲਮਾਨ ਵੀ ਹਕੂਮਤ ਦੇ ਨਸ਼ੇ ਵਿੱਚ ਦੀਨ ਦੇ ਦੋਸ਼ ਵਿੱਚ ਆ ਕੇ ਪੂਤਰੇ ਹੋਏ ਸਨ। ਅਜਿਹੀ ਹਾਲਤ ਵਿੱਚ ਜੰਗ ਹੋਣ ਲਈ ਮਾਮੂਲੀ ਜਿਹੇ ਬਹਾਨੇ ਜਾਂ ਕਾਰਨ ਦੀ ਹੀ ਲੋੜ ਸੀ। ਉਹ ਵੀ ਛੇਤੀ ਪੈਦਾ ਹੋ ਗਿਆ। ਸ਼੍ਰੀ ਅੰਮ੍ਰਿਤਸਰ ਪਿਪਲੀ ਸਾਹਿਬ ਦਾ ਜੰਗ ਸੰਨ 1628 ਸੰਮਤ 1685 ਵਿੱਚ ਇੱਕ ਦਿਨ ਸ਼ਾਹਜਹਾਂ ਅੰਮ੍ਰਿਤਸਰ ਦੇ ਨੇੜੇ ਸ਼ਿਕਾਰ ਖੇਡਣ ਆਇਆ। ਉੱਧਰੋਂ ਸਿੱਖਾਂ ਦਾ ਇੱਕ ਸ਼ਿਕਾਰੀ ਜੱਥਾ ਵੀ ਨੇੜੇ ਹੀ ਸ਼ਿਕਾਰ ਖੇਡ ਰਿਹਾ ਸੀ। ਸ਼ਾਹਜਹਾਂ ਦਾ ਇੱਕ ਬਾਜ਼ ਉੱਡ ਕੇ ਸਿੱਖਾਂ ਦੇ ਹੱਥ ਆ ਗਿਆ। ਸ਼ਾਹਜਹਾਂ ਦੇ ਆਦਮੀ ਉਹ ਬਾਜ਼ ਵਾਪਸ ਮੰਗਣ ਲਈ ਆਏ। ਸ਼ਿਕਾਰੀਆਂ ਦਾ ਦਸਤੂਰ ਸੀ ਕਿ ਜੇ ਕਿਸੇ ਦਾ ਬਾਜ਼ ਉੱਡ ਕੇ ਹੋਰ ਕਿਸੇ ਦੇ ਬਾਜ਼ਾਂ ਵਿੱਚ ਜਾ ਰਲੇ ਤਾਂ ਉਹ ਉਸ ਦੂਜੇ ਧਿਰ ਦੀ ਮਾਲਕੀ ਬਣ ਗਿਆ ਸਮਝਿਆ ਜਾਂਦਾ ਸੀ। ਨਾਲੇ ਸਿੱਖਾਂ ਨੂੰ ਬਾਜ਼ ਮੰਗਣ ਆਇਆ ਦੀ ਜਾਣ ਪਛਾਣ ਵੀ ਨਹੀਂ ਸੀ। ਉਹਨਾਂ ਨੂੰ ਕੀ ਪਤਾ ਸੀ ਕਿ ਇਹ ਕੌਣ ਅਤੇ ਬਾਜ਼ ਕਿਸ ਦਾ ਹੈ। ਨਾਲੇ ਸ਼ਾਹਜਹਾਂ ਦੇ ਬੰਦੇ ਰੋਹ ਪਾ ਕੇ ਈਨ ਮਨਾਉਣੀ ਚਾਹੁੰਦੇ ਸਨ। ਅਜਿਹੀ ਈਨ ਮੰਨਣੀ ਸਿੱਖੀ ਸੁਭਾਅ ਦੇ ਉਲਟ ਸੀ। ਸਿੱਖਾਂ ਨੇ ਬਾਜ਼ ਨਾ ਦਿੱਤਾ। ਸ਼ਾਹਜਹਾਂ ਦੇ ਆਦਮੀਆਂ ਨੇ ਵਾਪਸ ਜਾ ਕੇ ਸਾਰੀ ਗੱਲ ਉਸਨੂੰ ਦੱਸੀ। ਉਸ ਦੇ ਸਾਥੀਆਂ ਸਲਾਹਕਾਰਾਂ ਨੇ ਕਿਹਾ, ਅੱਜ ਸਿੱਖਾਂ ਨੇ ਤੁਹਾਡੇ ਬਾਜ਼ ਨੂੰ ਹੱਥ ਪਾਇਆ ਹੈ, ਭਲਕੇ ਉਹ ਤੁਹਾਡੇ ਤਾਜ ਨੂੰ ਹੱਥ ਪਾਉਣਗੇ। ਇਹਨਾਂ ਨੂੰ ਵੇਲੇ ਸਿਰ ਸੋਧਣਾ ਤੇ ਦਬਾਉਣਾ ਚਾਹੀਦਾ ਹੈ। ਇਹ ਦਲੀਲ ਮੰਨ ਕੇ ਸ਼ਾਹਜਹਾਂ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਉਣ ਲਈ ਮੁਖਲਿਸ ਖਾਨ ਦੀ ਕਮਾਨ ਹੇਠ 7000 ਫੌਜ ਭੇਜੀ। ਗੁਰੂ ਜੀ ਨੂੰ ਚੇਤਾ ਹੀ ਨਹੀਂ ਸੀ ਕਿ ਜੰਗ ਛਿੜਨ ਵਾਲੀ ਹੈ। ਉਹ ਤਾਂ ਬੀਬੀ ਵੀਰੋ ਦੇ ਵਿਆਹ ਦੇ ਆਹਰ ਪਾਹਰ ਵਿੱਚ ਰੁੱਝੇ ਹੋਏ ਸਨ। ਉਹਨਾਂ ਦੀ ਜੰਗ ਲਈ ਮੂਲੋਂ ਹੀ ਤਿਆਰੀ ਨਹੀਂ ਸੀ। ਗੁਰੂ ਜੀ ਪਾਸ ਨਾ ਕੋਈ ਤੋਪ ਸੀ ਅਤੇ ਨਾ ਹੀ ਕਾਫੀ ਦਾਰੂ ਸਿੱਕਾ ਹੀ ਸੀ। ਤੋਪ ਦੀ ਲੋੜ ਭਾਸਣ ਤੇ ਇੱਕ ਰੁੱਖ ਦੇ ਖੋਖਲੇ ਤਣੇ ਤੋਂ ਲੱਕੜ ਦੀ ਤੋਪ ਬਣਾ ਕੇ ਚਲਾਈ ਗਈ। ਮੁਖਲਿਸ ਖਾਂ ਮਾਰੋ ਮਾਰ ਕਰਦਾ ਅੰਮ੍ਰਿਤਸਰ ਆ ਪੁੱਜਾ। 23 ਜੇਠ ਸੰਮਤ 1685 ਨੂੰ ਸਿੱਖਾਂ ਤੇ ਮੁਗਲ ਸੈਨਾ ਵਿਚਕਾਰ ਲੜਾਈ ਸ਼ੁਰੂ ਹੋ ਗਈ। ਇਹ ਲੜਾਈ ਪਿਪਲੀ ਸਾਹਿਬ ਦੇ ਪਾਸ ਖਾਲਸਾ ਕਾਲਜ ਵਾਲੀ ਥਾਂ ਹੋਈ।
ਸਿੱਖਾਂ ਦੀ ਕਮਾਨ ਗੁਰੂ ਜੀ ਆਪ ਅਤੇ ਉਹਨਾਂ ਦੇ ਸੂਰਬੀਰ ਯੋਧੇ ਭਾਈ ਬਿਧੀ ਚੰਦ, ਭਾਈ ਜੇਠਾ, ਪੈਂਦੇ ਖਾਂ ਆਦਿ ਕਰ ਰਹੇ ਸਨ। ਪਹਿਲੇ ਦਿਨ ਦੀ ਲੜਾਈ ਵਿੱਚ ਸਿੱਖਾਂ ਨੇ ਵੈਰੀਆਂ ਨੂੰ ਭਜਾ ਦਿੱਤਾ। ਦੂਜੇ ਦਿਨ ਹੋਰ ਸਖਤ ਲੜਾਈ ਹੋਈ ਅਤੇ ਤੀਜੇ ਦਿਨ ਹੋਰ ਵਧੇਰੇ ਕੱਟਾਂ ਵੱਢਾਂ ਹੋਈਆਂ। ਗੁਰੂ ਜੀ ਨੇ ਲੱਕੜ ਦੀ ਤੋਪ ਚਲਾਈ, ਜਿਸ ਨਾਲ ਵੈਰੀਆਂ ਦਾ ਬੜਾ ਨੁਕਸਾਨ ਹੋਇਆ, ਪਰ ਉਸ ਦੀ ਫੌਜ ਦੀ ਗਿਣਤੀ ਸਿੱਖ ਸੈਨਿਕਾਂ ਦੀ ਗਿਣਤੀ ਨਾਲੋਂ ਕਈ ਗੁਣਾ ਜ਼ਿਆਦਾ ਸੀ। ਮੁਗਲ ਫੌਜ ਸ਼ਹਿਰ ਵਿੱਚ ਦਾਖਲ ਹੋ ਗਈ ਤੇ ਉਸਨੇ ਸ਼ਹਿਰ ਨੂੰ ਲੁੱਟਿਆ। ਗੁਰੂ ਕੇ ਮਹਿਲਾਂ ਦੀ ਵੀ ਲੁੱਟ ਹੋਈ। ਗੁਰੂ ਜੀ ਦਾ ਪਰਿਵਾਰ ਮਸਾਂ ਬਚ ਕੇ ਝਬਾਲ ਨੂੰ ਚਲਿਆ ਗਿਆ, ਪਰ ਅੰਤ ਮੁਗਲਾਂ ਦੇ ਪੈਰ ਉਖੜ ਗਏ। ਗੁਰੂ ਜੀ ਨੇ ਖੰਡੇ ਨਾਲ ਮੁਖਲਿਸ ਖਾਂ ਨੂੰ ਟੋਟੇ ਕਰਕੇ ਢੇਰੀ ਕਰ ਦਿੱਤਾ। ਉਸ ਦੇ ਮਰਨ ਦੀ ਦੇਰ ਹੀ ਸੀ ਕਿ ਮੁਗਲ ਫੌਜ ਸਿਰ ਤੇ ਪੈਰ ਧਰ ਕੇ ਹਰਨ ਹੋ ਗਈ। ਗੁਰੂ ਜੀ ਨੇ ਆਪਣਾ ਪਰਿਵਾਰ ਝਬਾਲ ਘੱਲ ਦਿੱਤਾ ਸੀ। ਜੰਗ ਮਗਰੋਂ ਆਪ ਝਬਾਲ ਗਏ ਅਤੇ 26 ਜੇਠ ਸੰਮਤ 1685 ਨੂੰ ਉੱਥੇ ਹੀ ਚੌਧਰੀ ਭਾਈ ਲੰਗਾਹ ਦੇ ਘਰ ਬੀਬੀ ਵੀਰੋ ਦਾ ਵਿਆਹ ਕੀਤਾ ਗਿਆ। ਮੈਕਾਲਿਫ ਦੀ ਲਿਖਤ ਅਨੁਸਾਰ ਇਹ ਯੁੱਧ ਅੰਮ੍ਰਿਤਸਰੋਂ 4 ਮੀਲ ਤੀਕ ਦੱਖਣ ਵੱਲ ਵੀ ਹੁੰਦਾ ਰਿਹਾ। ਉੱਥੇ ਗੁਰੂ ਜੀ ਦੀ ਜਿੱਤ ਦੀ ਯਾਦਗਾਰ ਵਿੱਚ ਗੁਰਦੁਆਰਾ ਸੰਗਰਾਣਾ ਸਾਹਿਬ ਹੈ। ਸ਼੍ਰੀ ਹਰਗੋਬਿੰਦਪੁਰ ਦਾ ਜੰਗ। ਅਮਨ ਦੇ ਚਾਹਵਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੋਰ ਝਗੜੇ ਬਖੇੜੇ ਤੋਂ ਦੂਰ ਰਹਿਣ ਦੀ ਖਾਤਰ ਸ਼੍ਰੀ ਅੰਮ੍ਰਿਤਸਰ ਛੱਡ ਕੇ ਜਲੰਧਰ ਦੁਆਬੇ ਵਿਚਲੇ ਕਰਤਾਰਪੁਰ ਵਿੱਚ ਜਾ ਟਿਕੇ। ਫਿਰ ਉੱਥੋਂ ਆਪ ਗੁਰਦਾਸਪੁਰ ਦੇ ਜ਼ਿਲ੍ਹੇ ਵਿਚਲੇ ਨਗਰ ਸ਼੍ਰੀ ਗੋਬਿੰਦਪੁਰ ਗਏ। ਇਹ ਪਿੰਡ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਇਸ ਨਗਰੀ ਨੂੰ ਵਧਾਇਆ ਸੁਧਾਰਿਆ। ਇਸ ਤੋਂ ਉਸ ਦਾ ਨਾਂ ਸ਼੍ਰੀ ਹਰਗੋਬਿੰਦਪੁਰ ਪੈ ਗਿਆ। ਬਰਸਾਤ ਦੇ ਦਿਨਾਂ ਵਿੱਚ ਗੁਰੂ ਜੀ ਨੇ ਇੱਥੇ ਨਿਵਾਸ ਕੀਤਾ। ਇਸ ਇਲਾਕੇ ਦਾ ਸ਼ਾਹੀ ਮਾਲ ਗੁੱਜਰ ਸਰਕਾਰੀ ਮਾਮਲਾ ਉਗਰਾ ਕੇ ਤਾਰਨ ਦਾ ਠੇਕੇਦਾਰ ਭਗਵਾਨ ਦਾਸ ਘੇਰੜ ਸੀ, ਜੋ ਸਿੱਖਾਂ ਨਾਲ ਵਾਧੂ ਦਾ ਵੈਰ ਰੱਖਦਾ ਸੀ। ਉਸ ਨੇ ਸੰਮਤ 1687 ਸੰਨ 1630 ਵਿੱਚ ਖਾਮਖਾਹ ਗੁਰੂ ਜੀ ਨਾਲ ਝਗੜਾ ਛੇੜਿਆ। ਲੜਾਈ ਹੋ ਪਈ। ਭਗਵਾਨ ਦਾਸ ਮਾਰਿਆ ਗਿਆ। ਉਸ ਦੇ ਪੁੱਤਰ ਰਤਨ ਚੰਦ ਨੇ ਜਲੰਧਰ ਦੇ ਫੌਜਦਾਰ ਅਬਦੁੱਲਾ ਖਾਂ ਪਾਸੋਂ ਮਦਦ ਮੰਗੀ। ਉਹ ਅੱਗੇ ਹੀ ਗੁਰੂ ਜੀ ਦਾ ਵਿਰੋਧੀ ਸੀ। ਉਸ ਨੇ ਚੜ੍ਹਾਈ ਕਰ ਦਿੱਤੀ। 3 ਦਿਨ ਸਖਤ ਲੜਾਈ ਹੋਈ। ਅਬਦੁੱਲਾ ਖਾਂ ਤੇ ਰਤਨ ਚੰਦ ਨੂੰ ਗੁਰੂ ਜੀ ਨੇ ਝਟਕਾ ਦਿੱਤਾ। ਜਲੰਧਰ ਦੀ ਫੌਜ ਮੈਦਾਨ ਛੱਡ ਕੇ ਤਿੱਤਰ ਹੋ ਗਈ। ਅਗਲੇ ਦਿਨ ਗੁਰੂ ਜੀ ਨੇ ਜੰਗ ਵਿੱਚ ਸ਼ਹੀਦ ਹੋਏ ਸਿੱਖਾਂ ਦਾ ਸੰਸਕਾਰ ਕੀਤਾ। ਮੁਗਲ ਫੌਜ ਦੀਆਂ ਲੋਥਾਂ ਦਫਨਾਈਆਂ ਗਈਆਂ। ਇਸ ਥਾਂ ਗੁਰੂ ਜੀ ਨੇ ਦਮਦਮਾ ਬਣਵਾਇਆ। ਮਹਿਰਾਜ ਦਾ ਜੰਗ। ਸੰਮਤ 1688। ਹਰਗੋਬਿੰਦਪੁਰ ਦੇ ਜੰਗ ਮਗਰੋਂ ਗੁਰੂ ਹਰਗੋਬਿੰਦ ਸਾਹਿਬ ਫਿਰ ਸਿੱਖੀ ਪ੍ਰਚਾਰ ਵਿੱਚ ਰੁੱਝ ਗਏ, ਪਰ ਉਹਨਾਂ ਨੂੰ ਲੋਕ ਭਲਾਈ ਤੇ ਜਗਤ ਸੁਧਾਰ ਦਾ ਇਹ ਮਨ ਭਾਉਂਦਾ ਕੰਮ ਕਰਨ ਦਾ ਬਹੁਤਾ ਚਿਰ ਮੌਕਾ ਨਾ ਮਿਲਿਆ। ਅਗਲੇ ਸਾਲ ਸੰਮਤ 1688 ਵਿੱਚ ਆਪ ਨੂੰ ਸ਼ਾਹੀ ਫੌਜ ਨਾਲ ਟਾਕਰਾ ਕਰਨਾ ਪਿਆ। ਇਸ ਜੰਗ ਦਾ ਪ੍ਰਤੱਖ ਕਾਰਨ 2 ਘੋੜੇ ਬਣੇ। ਕਾਬਲ ਦਾ ਇੱਕ ਮਸੰਦ ਗੁਰੂ ਜੀ ਲਈ 2 ਬਹੁਤ ਹੀ ਵਧੀਆ ਨਸਲ ਦੇ ਘੋੜੇ ਲਈ ਆਉਂਦਾ ਸੀ। ਉਹ ਘੋੜੇ ਲਾਹੌਰ ਦੇ ਸੂਬੇ ਨੇ ਖੋਹ ਲਏ। ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਭੇਜਿਆ। ਉਹ ਚਲਾਕੀ ਨਾਲ ਦੋਵੇਂ ਘੋੜੇ ਲੈ ਆਇਆ। ਪਹਿਲਾ ਘੋੜਾ ਘਾਹੀ ਬਣ ਕੇ ਅਤੇ ਦੂਜਾ ਜੋਤਸ਼ੀ ਖੋਜੀ ਬਣ ਕੇ। ਇਸ 'ਤੇ ਜੰਗ ਹੋ ਪਿਆ। ਲਾਲਾ ਬੇਗ ਅਤੇ ਕਮਰ ਬੇਗ ਦੀ ਕਮਾਨ ਹੇਠ 20,000 ਫੌਜ ਗੁਰੂ ਜੀ ਦੇ ਵਿਰੁੱਧ ਭੇਜੀ ਗਈ। ਗੁਰੂ ਜੀ ਉਸ ਵੇਲੇ ਮਾਲਵੇ ਵਿੱਚ ਧਰਮ ਪ੍ਰਚਾਰ ਕਰ ਰਹੇ ਸਨ। ਸ਼ਾਹੀ ਫੌਜ ਸੰਮਤ 1688 ਵਿੱਚ ਸਤਲੁਜੋਂ ਪਾਰ ਹੋਈ। ਗੁਰੂ ਜੀ ਨੂੰ ਪਹਿਲੋਂ ਪਤਾ ਲੱਗ ਗਿਆ ਸੀ। ਉਹ ਤਿਆਰ ਹੋ ਗਏ ਸਨ। ਉਹਨਾਂ ਨੇ ਮਹਿਰਾਜ ਦੇ ਪਾਸ ਨਥਾਣੇ ਦੀ ਢਾਬ ਦੇ ਪਾਸ ਮੋਰਚੇ ਕਾਇਮ ਕੀਤੇ। 2 ਦਿਨ ਸਖਤ ਲੜਾਈ ਹੋਈ। ਲੋਥਾਂ ਦੇ ਢੇਰ ਲੱਗ ਗਏ। ਦੂਜੇ ਦਿਨ ਲਾਲਾ ਬੇਗ ਘੋੜਾ ਛੇੜ ਕੇ ਗੁਰੂ ਜੀ ਦੇ ਪਾਸ ਆ ਪੁੱਜਾ ਅਤੇ ਕਹਿਣ ਲੱਗਾ, ਖਲਕਤ ਨੂੰ ਕਾਹਨੂੰ ਮਰਵਾਉਂਦੇ ਹੋ? ਆਓ ਆਪਾਂ ਦੋਵੇਂ ਲੜ ਕੇ ਫੈਸਲਾ ਕਰ ਲਈਏ ਜਿੱਤ ਹਾਰ ਦਾ। ਗੁਰੂ ਜੀ ਨੇ ਕਿਹਾ, ਬੜੀ ਸੋਹਣੀ ਤੇ ਸਿਆਣੀ ਗੱਲ ਕੀਤੀ ਹੈ। ਆਓ। ਦੁੰਦ ਯੁੱਧ ਹੋਇਆ। ਪਹਿਲਾਂ ਤੀਰਾਂ ਨਾਲ ਲੜਾਈ ਹੋਈ ਅਤੇ ਫਿਰ ਤਲਵਾਰਾਂ ਨਾਲ।
ਲਾਲਾ ਬੇਗ ਮਾਰਿਆ ਗਿਆ। ਉਸ ਦੇ ਡਿੱਗਣ ਦੀ ਦੇਰ ਹੀ ਸੀ ਕਿ ਸ਼ਾਹੀ ਫੌਜ ਮੈਦਾਨ ਛੱਡ ਕੇ ਤਿੱਤਰ ਹੋ ਗਈ। ਇਸ ਲੜਾਈ ਵਿੱਚ 1200 ਤੋਂ ਵੱਧ ਸਿੱਖ ਸ਼ਹੀਦ ਹੋਏ। ਸ਼ਾਹੀ ਫੌਜ ਦਾ ਇਸ ਤੋਂ ਵਧੇਰੇ ਨੁਕਸਾਨ ਹੋਇਆ। ਗੁਰੂ ਜੀ ਨੇ ਸ਼ਹੀਦ ਸਿੱਖਾਂ ਦੀਆਂ ਲਾਸ਼ਾਂ ਦਾ ਸੰਸਕਾਰ ਕੀਤਾ। ਮੁਸਲਮਾਨਾਂ ਦੀਆਂ ਲੋਥਾਂ ਨੂੰ ਦਫਨਾਇਆ ਗਿਆ। ਜਿਸ ਥਾਂ ਇਹ ਜੰਗ ਹੋਇਆ ਉੱਥੇ ਇਸ ਦੀ ਯਾਦਗਾਰ ਵਜੋਂ ਗੁਰੂ ਜੀ ਨੇ ਇੱਕ ਤਾਲ ਬਣਵਾਇਆ, ਜਿਸ ਦਾ ਨਾਂ ਗੁਰੂਸਰ ਰੱਖਿਆ ਗਿਆ। ਕਰਤਾਰਪੁਰ ਦਾ ਜੰਗ ਸੰਮਤ 1691। ਗੁਰੂਸਰ ਮਹਾਰਾਜ ਦੇ ਯੁੱਧ ਮਗਰੋਂ ਛੇਤੀ ਹੀ ਸੰਮਤ 1699 ਸੰਨ 1632 ਵਿੱਚ ਗੁਰੂ ਜੀ ਕਰਤਾਰਪੁਰ ਜਲੰਧਰ ਚਲੇ ਗਏ ਅਤੇ ਕੁਝ ਚਿਰ ਉੱਥੇ ਰਹੇ। ਚੌਥੇ ਸਾਲ ਪਹਿਲਾਂ ਗੁਰੂ ਜੀ ਨੇ ਕਰਤਾਰਪੁਰ ਦੇ ਪਾਸਲੇ ਪਿੰਡ ਵੱਡੇ ਮੀਰ ਦੇ ਕੁਝ ਮੁਸਲਮਾਨ ਪਠਾਨ ਨੌਕਰ ਰੱਖੇ ਸਨ। ਇਹਨਾਂ ਵਿੱਚ ਪੈਂਦੇ ਖਾਂ ਵੀ ਸੀ, ਜਿਸ ਦੇ ਦਾਦਕੇ ਪਿੰਡ ਆਲਮਪੁਰ ਅਤੇ ਨਾਨਕੇ ਵੱਡੇ ਮੀਰ ਸਨ। ਇਹ ਬੜਾ ਕੱਦਾਵਾਰ ਤੇ ਬਲਵਾਨ ਗੱਭਰੂ ਸੀ। ਇਹ ਛੋਟੀ ਉਮਰੇ ਹੀ ਗੁਰੂ ਜੀ ਪਾਸ ਨੌਕਰ ਆ ਹੋਇਆ ਸੀ। ਇਸ ਦੀ ਪਾਲਣਾ ਤੇ ਸਿਖਲਾਈ ਗੁਰੂ ਜੀ ਨੇ ਪੁੱਤਾਂ ਵਾਂਗ ਕੀਤੀ ਤੇ ਇਸ ਨੂੰ ਆਪਣੀ ਫੌਜ ਦਾ ਇੱਕ ਸਰਦਾਰ ਥਾਪਿਆ। ਪਿਪਲੀ ਸਾਹਿਬ ਅੰਮ੍ਰਿਤਸਰ ਦੇ ਜੰਗ ਵਿੱਚ ਇਸ ਨੇ ਬੜੇ ਹੱਥ ਵਿਖਾਏ ਸਨ। ਗੁਰੂ ਜੀ ਇਸ ਉੱਪਰ ਬੜੇ ਖੁਸ਼ ਸਨ, ਪਰ ਇਸ ਨੂੰ ਹੰਕਾਰ ਹੋ ਗਿਆ। ਉਹ ਸਮਝਣ ਲੱਗ ਪਿਆ ਕਿ ਗੁਰੂ ਜੀ ਦੀ ਸਭ ਫੌਜੀ ਤਾਕਤ ਮੇਰੇ ਹੀ ਆਸਰੇ ਹੈ। ਫਿਰ ਉਸ ਦੇ ਜਵਾਈ ਆਸਮਾ ਖਾਨ ਨੇ ਉਸ ਨੂੰ ਸਿਖਾ ਭੜਕਾ ਕੇ ਗੁਰੂ ਜੀ ਦੇ ਵਿਰੁੱਧ ਕੱਢ ਦਿੱਤਾ। ਗੁਰੂ ਜੀ ਨੇ ਉਸ ਨੂੰ ਆਪਣੀ ਨੌਕਰੀਓਂ ਕੱਢ ਦਿੱਤਾ। ਉਹ ਬਾਦਸ਼ਾਹ ਪਾਸ ਜਾ ਨੌਕਰ ਹੋਇਆ। ਉਸ ਨੇ ਬਾਦਸ਼ਾਹ ਨੂੰ ਗੁਰੂ ਜੀ ਦੇ ਵਿਰੁੱਧ ਤਗੜੀ ਫੌਜ ਭੇਜਣ ਲਈ ਪ੍ਰੇਰਨਾ ਦਿਆ। ਇਹ ਫੌਜ ਕਾਲੇ ਖਾਂ ਦੀ ਕਮਾਨ ਹੇਠ ਸੀ। ਇਹ ਕਾਲੇ ਖਾਂ ਅੰਮ੍ਰਿਤਸਰ ਦੀ ਲੜਾਈ ਵਿੱਚ ਮਾਰੇ ਗਏ ਮੁਸਲਿਮ ਖਾਂ ਦਾ ਭਰਾ ਸੀ। ਪੈਂਦੇ ਖਾਂ ਅਤੇ ਜਲੰਧਰ ਦਾ ਫੌਜਦਾਰ ਕੁਤਬ ਖਾਂ ਉਸ ਦਾ ਸਾਥੀ ਸਹਾਇਕ ਸਨ। ਹਾੜਵਦੀ 7 ਸੰਮਤ 1691 ਸੰਨ 1634 ਨੂੰ ਕਰਤਾਰਪੁਰ ਦੀ ਲੜਾਈ ਸ਼ੁਰੂ ਹੋਈ। ਸ਼ਾਹੀ ਫੌਜ ਨੇ ਸ਼ਹਿਰ ਉਦਾਲੇ ਘੇਰਾ ਘੱਤ ਲਿਆ। ਸਿੱਖਾਂ ਨੇ ਕਮਾਲ ਦਰਜੇ ਦੀ ਬਹਾਦਰੀ ਵਿਖਾਈ। ਉਹ ਆਪਣੇ ਧਰਮ ਅਤੇ ਗੁਰੂ ਵਾਸਤੇ ਲੜ ਰਹੇ ਸਨ। ਸ਼ਾਹੀ ਫੌਜ ਦੇ ਸਿਪਾਹੀ ਕੇਵਲ ਤਨਖਾਹ ਅਤੇ ਲੁੱਟ ਲਈ ਲੜ ਰਹੇ ਸਨ। ਸਿੱਖ ਸੈਨਾ ਦੀ ਅਗਵਾਈ ਬਾਬਾ ਗੁਰਦਿੱਤਾ ਜੀ ਅਤੇ ਭਾਈ ਬਿਧੀ ਚੰਦ ਜੀ ਕਰ ਰਹੇ ਸਨ। ਸਿੱਖਾਂ ਨੇ ਸ਼ਾਹੀ ਫੌਜ ਦੀਆਂ ਚੱਕਰੀਆਂ ਭੁਆ ਦਿੱਤੀਆਂ। ਸ਼੍ਰੀ ਤੇਗ ਬਹਾਦਰ ਜੀ ਵੀ, ਜੋ ਉਸ ਵੇਲੇ 14 ਕੁ ਵਰ੍ਹਿਆਂ ਦੇ ਸਨ, ਕਮਾਲ ਦੀ ਬਹਾਦਰੀ ਨਾਲ ਲੜੇ। ਪਰ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰੂ ਜੀ ਦੇ ਪੋਤਰੇ ਧੀਰਮਲ ਨੇ ਗਦਾਰੀ ਕੀਤੀ। ਉਸਨੇ ਪੈਂਦੇ ਖਾਂ ਨੂੰ ਚਿੱਠੀ ਲਿਖੀ ਤੇ ਕਿਹਾ, ਮੇਰੇ ਬਾਬੇ ਨੇ ਤੈਨੂੰ ਅਕਾਰਨ ਹੀ ਕੱਢ ਦਿੱਤਾ ਤੇ ਤੇਰੀ ਨਿਰਾਦਰੀ ਕੀਤੀ, ਪਰ ਮੈਂ ਜਾਣਦਾ ਹਾਂ ਕਿ ਤੂੰ ਮੇਰਾ ਮਿੱਤਰ ਹੈ ਅਤੇ ਮੈਂ ਤੈਨੂੰ ਫਾਇਦਾ ਪਹੁੰਚਾਉਣ ਲਈ ਵੱਧ ਤੋਂ ਵੱਧ ਯਤਨ ਕਰਾਂਗਾ। ਜੇ ਤੂੰ ਅੱਜ ਰਾਤ ਨੂੰ ਆਵੇਂ ਅਤੇ ਝਟਾਪਟ ਹੱਲਾ ਕਰ ਦੇਵੇਂ ਤਾਂ ਕਿਲ੍ਹੇ ਤੇ ਇਸ ਦਾ ਖਜ਼ਾਨਾ ਤੇਰੇ ਕਬਜ਼ੇ ਵਿੱਚ ਆ ਜਾਵੇਗਾ। ਇੱਥੇ ਕਿਸੇ ਪ੍ਰਕਾਰ ਦੀ ਤਿਆਰੀ ਨਹੀਂ, ਮੈਂ ਹਰ ਤਰ੍ਹਾਂ ਤੇਰੀ ਸਹਾਇਤਾ ਕਰਾਂਗਾ। ਪੈਂਦੇ ਖਾਂ ਨੇ ਇਹ ਚਿੱਠੀ ਆਪਣੇ ਸਾਥੀਆਂ ਨੂੰ ਵਿਖਾਈ। ਉਹ ਬੜੇ ਖੁਸ਼ ਹੋਏ ਅਤੇ ਝੱਟ ਹੱਲੇ ਲਈ ਤਿਆਰ ਹੋ ਗਏ। ਬੜੀ ਜ਼ਬਰਦਸਤ ਲੜਾਈ ਹੋਈ। ਕਾਲੇ ਖਾਂ, ਅਸਮਾ ਖਾਂ ਆਦਿ ਪਠਾਨ ਮਾਰੇ ਗਏ। ਪੈਂਦੇ ਖਾਂ ਨੇ ਗੁਰੂ ਜੀ ਨਾਲ ਹੱਥੋਂ ਹੱਥ ਲੜਾਈ ਕੀਤੀ। ਗੁਰੂ ਜੀ ਨੇ ਉਸ ਨੂੰ ਪਹਿਲਾਂ ਵਾਰ ਕਰਨ ਤੇ ਦਿਲ ਦਾ ਉਬਾਲ ਕੱਢਣ ਦਾ ਮੌਕਾ ਦਿੱਤਾ ਅਤੇ ਉਸ ਦੇ ਸਭ ਵਾਰ ਰੋਕ ਕੇ ਅਸਫਲ ਕਰ ਦਿੱਤੇ। ਫਿਰ ਗੁਰੂ ਜੀ ਨੇ ਤਲਵਾਰ ਦਾ ਅਜਿਹਾ ਵਾਰ ਕੀਤਾ ਕਿ ਪੈਂਦੇ ਖਾਂ ਭੌਂ ਉੱਤੇ ਗੁਰੂ ਜੀ ਦੇ ਚਰਨਾਂ 'ਤੇ ਡਿੱਗ ਪਿਆ। ਗੁਰੂ ਜੀ ਨੇ ਉਸ ਨੂੰ ਕਿਹਾ, ਤੂੰ ਮੁਸਲਮਾਨ ਹੈ, ਹੁਣ ਤੇਰਾ ਕਲਮਾ ਪੜ੍ਹਨ ਦਾ ਵੇਲਾ ਆ ਗਿਆ ਹੈ, ਤੇਰਾ ਅੰਤ ਲਾਗੇ ਆ ਗਿਆ ਹੈ। ਅੱਗੋਂ ਪੈਂਦੇ ਖਾਂ ਬੋਲਿਆ, ਗੁਰੂ ਜੀ, ਤੁਹਾਡੀ ਤਲਵਾਰ ਹੀ ਮੇਰਾ ਕਲਮਾ ਤੇ ਮੁਕਤੀ ਦਾਤਾ ਹੈ। ਉਹ ਅਖੀਰਲੇ ਸਾਹਾਂ 'ਤੇ ਸੀ। ਗੁਰੂ ਜੀ ਨੇ ਉਸ ਨੂੰ ਧੁੱਪ ਤੋਂ ਬਚਾਉਣ ਲਈ ਆਪਣੀ ਢਾਲ ਨਾਲ ਉਸ ਦੇ ਚਿਹਰੇ ਉੱਤੇ ਛਾਂ ਕਰ ਦਿੱਤੀ। ਸ਼ਾਹੀ ਫੌਜ ਨੂੰ ਭਾਂਸ ਪੈ ਗਈ ਤੇ ਉਹ ਜਲੰਧਰ ਵੱਲ ਨੂੰ ਨੱਸ ਗਈ। ਗੁਰੂ ਜੀ ਦੀ ਜਿੱਤ ਹੋਈ। ਗੁਰੂ ਜੀ ਨੇ ਸ਼ਹੀਦ ਸਿੱਖਾਂ ਦਾ ਸੰਸਕਾਰ ਕੀਤਾ ਤੇ ਮੁਸਲਮਾਨ ਫੌਜੀਆਂ ਦੀਆਂ ਲੋਥਾਂ ਨੂੰ ਦਫਨਾਇਆ।
ਉਸ ਤੋਂ ਮਗਰੋਂ ਗੁਰੂ ਜੀ ਪਰਿਵਾਰ ਸਮੇਤ ਕੀਰਤਪੁਰ ਨੂੰ ਤੁਰ ਪਏ। ਹਾਰ ਖਾ ਕੇ ਭੱਜ ਆਏ ਪਠਾਨਾਂ ਨੇ ਇਕੱਠੇ ਹੋ ਕੇ ਫਗਵਾੜੇ ਲਾਗੇ ਫਿਰ ਟਾਕਰਾ ਕੀਤਾ, ਪਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਫਗਵਾੜੇ ਪਾਸ ਜਿਸ ਥਾਂ ਇਹ ਟੱਕਰ ਹੋਈ, ਉੱਥੇ ਇਸ ਦੀ ਯਾਦ ਵਿੱਚ ਗੁਰਦੁਆਰਾ ਪਲਾਹ ਸਾਹਿਬ ਹੈ। ਇਸ ਲੜਾਈ ਤੋਂ ਮਗਰੋਂ ਵੀ ਧੀਰਮਲ ਨੇ ਬਾਦਸ਼ਾਹ ਸ਼ਾਹਜਹਾਂ ਨੂੰ ਚਿੱਠੀ ਲਿਖੀ ਕਿ ਮੈਂ ਆਪ ਦਾ ਤਾਬੇਦਾਰ ਤੇ ਵਫਾਦਾਰ ਹਾਂ। ਉਸ ਸਮੇਂ ਤੋਂ ਹੀ ਧੀਰਮਲੀਏ ਗੁਰੂ ਘਰ ਦੇ ਵਿਰੋਧੀ ਗਿਣੇ ਜਾਂਦੇ ਹਨ ਅਤੇ ਗੁਰਸਿੱਖਾਂ ਨੂੰ ਉਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਕਰਨ ਦੀ ਮਨਾਹੀ ਹੈ। ਯੁੱਧਾਂ ਬਾਰੇ ਵਿਚਾਰ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 4 ਯੁੱਧ ਲੜੇ ਤੇ ਚਾਰੇ ਹੀ ਜਿੱਤੇ। ਚੌਹਾਂ ਹੀ ਮੌਕਿਆਂ 'ਤੇ ਆਪ ਨੂੰ ਆਪਣੀ ਰੱਖਿਆ ਲਈ ਲੜਨਾ ਪਿਆ। ਆਪ ਨੇ ਪਹਿਲ ਕਿਤੇ ਨਹੀਂ ਸੀ ਕੀਤੀ। ਜਿੱਤਾਂ ਪ੍ਰਾਪਤ ਕਰਕੇ ਉਹਨਾਂ ਨੇ ਇੰਚ ਭਰ ਵੀ ਇਲਾਕਾ ਨਾ ਮੱਲਿਆ ਤੇ ਨਾ ਹੀ ਉਹਨਾਂ ਦੀ ਫੌਜ ਨੇ ਆਪ ਜੇਤੂ ਫੌਜਾਂ ਵਾਂਗ ਲੁੱਟਮਾਰ ਹੀ ਮਚਾਈ। ਗੁਰੂ ਜੀ ਦੇ ਜੰਗ ਢੰਗ ਵੀ ਉਚੇਰੇ ਪਾਏ ਦੇ ਸਨ। ਆਪ ਦੀ ਆਪਣੀ ਫੌਜ ਨੂੰ ਹਦਾਇਤ ਹੁੰਦੀ ਸੀ, ਵੈਰੀ ਦੇ ਸਨਮੁਖ ਹੋ ਕੇ ਲੜਨਾ ਹੈ, ਪਿੱਠ ਨਹੀਂ ਵਿਖਾਉਣੀ ਤੇ ਪਿੱਠ ਪਿੱਛੋਂ ਵਾਰ ਨਹੀਂ ਕਰਨਾ। ਭੱਜੇ ਜਾਂਦੇ ਕਿਸੇ ਵਾਰੀ ਉੱਪਰ ਵਾਰ ਨਹੀਂ ਕਰਨਾ, ਸ਼ਸਤਰਹੀਨ ਉੱਪਰ ਵਾਰ ਨਹੀਂ ਕਰਨਾ। ਗੱਲ ਇਹ ਸੀ ਕਿ ਗੁਰੂ ਜੀ ਦੇ ਯੁੱਧ ਰਾਜਸੀ ਨਹੀਂ ਸਨ, ਸਗੋਂ ਧਰਮ ਯੁੱਧ ਸਨ। ਉਹ ਰਾਜ ਕਾਇਮ ਕਰਨ ਦੀ ਖਾਤਰ ਨਹੀਂ, ਸਗੋਂ ਕੌਮ ਉਸਾਰੀ ਦੀ ਇੱਕ ਜ਼ਰੂਰੀ ਮੰਜ਼ਿਲ ਦੇ ਤੌਰ 'ਤੇ ਲੜੇ ਗਏ ਸਨ। ਉੱਤੋਂ ਤਾਂ ਇਉਂ ਜਾਪਦਾ ਹੈ ਕਿ ਇਹ ਜੰਗ ਬਾਜ਼ ਜਾਂ ਘੋੜਿਆਂ ਦੀ ਮਾਲਕੀ ਲਈ ਜਾਂ ਹੋਰ ਮਾਮੂਲੀ ਜਿਹੇ ਕਾਰਨਾਂ ਕਰਕੇ ਹੋਏ, ਪਰ ਅਸਲ ਕਾਰਨ ਡੂੰਘਾ ਸੀ। ਗੁਰੂ ਜੀ ਹਿੰਦੀਆਂ ਦੇ ਮਨਾਂ ਵਿੱਚ ਵੀਰ ਰਸ ਭਰ ਕੇ ਉਹਨਾਂ ਨੂੰ ਜ਼ਬਰ ਤੇ ਜ਼ੁਲਮ ਵਿਰੁੱਧ ਉੱਠਣ ਤੇ ਡਟ ਕੇ ਲੜਨ ਅਤੇ ਪਰਦੇਸੀ ਹਕੂਮਤ ਦੀ ਮਹਾਨ ਤਾਕਤ ਨੂੰ ਨਾਸ ਕਰਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਮੈਦਾਨ ਵਿੱਚ ਨਿਤਰਨ ਲਈ ਤਿਆਰ ਕਰ ਰਹੇ ਸਨ। ਉਹ ਆਪਣੇ ਦੇਸ਼ ਭਰਾਵਾਂ ਵਿੱਚ ਅਣਖ ਤੇ ਸਵੈ ਸਤਿਕਾਰ ਪੈਦਾ ਕਰਕੇ ਉਹ ਵਧੀਕੀਆਂ, ਸੀਨਾ ਜੋਰੀਆਂ ਤੇ ਨਿਰਾਦਰੀਆਂ ਨੂੰ ਨਿਸਲ ਪਏ ਜਰੀ ਜਾਨ ਦੀ ਥਾਂ ਲਲਕਾਰੇ ਮਾਰ ਕੇ ਉੱਠਣ ਤੇ ਉਹਨਾਂ ਦਾ ਟਾਕਰਾ ਕਰਕੇ ਉਹਨਾਂ ਨੂੰ ਅਸੰਭਵ ਬਣਾ ਦੇਣ। ਆਪ ਦੀਆਂ ਅਜਿਹੀਆਂ ਵਿਉਂਤਾਂ ਆਪ ਹੁਦਰੇ ਹਾਕਮਾਂ ਨੂੰ ਕਿਵੇਂ ਭਾ ਸਕਦੀਆਂ ਸਨ। ਮੁਗਲ ਸਰਕਾਰ ਅਜਿਹੀ ਮਹਾਨ ਤਬਦੀਲੀ ਨੂੰ ਰੋਕਣਾ ਚਾਹੁੰਦੀ ਸੀ। ਤੁਰਕਾਂ ਨਾਲ ਗੁਰੂ ਜੀ ਦੀਆਂ ਲੜਾਈਆਂ ਦਾ ਅਸਲੀ ਕਾਰਨ ਇਹ ਸੀ